श्री करतारपुर कॉरीडोर कोरोना वायरस ਦੇ ਚਲਦੇ ਬੰਦ ਹੋਇਆ ਪਿਆ ਹੈ। ਲਗਾਤਾਰ ਜਿੱਥੇ ਸਿੱਖ ਸੰਗਤਾਂ ਅਰਦਾਸ ਕਰ ਰਹੀਆਂ ਨੇ, ਅਪੀਲ ਕਰ ਰਹੀਆਂ ਨੇ ਸਰਕਾਰ ਦੇ ਕੋਲ ਕਿ ਇਸ ਲਾਂਘੇ ਨੂੰ ਦੁਬਾਰਾ ਤੋਂ ਖੋਲ ਦਿੱਤਾ ਜਾਵੇ, ਉੱਥੇ ਹੀ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਮਾਰਗ ਸ਼ਰਧਾਲੂਆਂ ਦੇ ਲਈ ਖੋਲੇ ਜਾਣ ਦੀ ਮੰਗ ਕੀਤੀ ਹੈ। ਜੋ ਰਸਤਾ ਕਈ ਸਾਲਾਂ ਦੇ ਇੰਤਜ਼ਾਰ ਦੇ ਬਾਅਦ ਤਿਆਰ ਹੋਇਆ ਹੈ, ਉਸ ਨੂੰ ਕੋਰੋਨਾ ਦੇ ਚਲਦੇ ਬੰਦ ਕਰ ਦਿੱਤਾ ਗਿਆ। ਇੱਕ ਵਿਸ਼ੇਸ਼ ਗੱਲਬਾਤ ਦੇ ਦੌਰਾਨ ਜਥੇਦਾਰ ਨੇ ਕਿਹਾ ਕਿ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਉਹ ਅਪੀਲ ਕਰਦੇ ਨੇ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਜਿਹੜੀਆਂ ਹਿਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਦੇ ਹੋਏ ਰਾਸਤਾ ਸਿੱਖ ਸ਼ਰਧਾਲੂਆਂ ਦੇ ਲਈ ਖੋਲ ਦਿੱਤਾ ਜਾਵੇ। ਇਸ ਮੌਕੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਲਾਪਤਾ ਹੋਏ ਨੇ, ਉਸ ਮਾਮਲੇ ਨੂੰ ਲੈ ਕੇ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਤਾਰਪੁਰ ਇੱਕ ਐਸੀ ਪਵਿੱਤਰ ਸਥਲੀ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਦੂਸਰਾ ਜਾਮਾ ਬਦਲਿਆ ਔਰ ਪਹਿਲੇ ਜਾਮੇ ਦੇ ਆਖਰੀ 18 ਸਾਲ ਉੱਥੇ ਖੇਤੀ ਕਰਦਿਆਂ ਹੋਇਆਂ, ਸ਼ਹਿਰ ਵਸਾਉਂਦਿਆਂ ਹੋਇਆਂ ਔਰ ਪਾਰਬ੍ਰਹਮ ਪਰਮੇਸ਼ਵਰ ਦੇ ਸਰਬ ਸਾਂਝੀਵਾਲਤਾ ਦੇ ਸਿਧਾਂਤ ਨੂੰ ਦ੍ਰਿੜ ਕਰਦਿਆਂ ਸੰਸਾਰ ਨੂੰ ਭੇਟ ਕੀਤਾ ਹੈ। ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਰਹੀ ਹੈ ਕਿ ਦੋਵਾਂ ਦੇਸ਼ਾਂ ਦੀ ਪਹਿਲ ਤੇ ਕਾਫੀ ਵੱਡਾ ਖਰਚ ਕਰਕੇ ਤੇ ਵਿਦਆਊਟ ਐਨੀ ਵੀਜ਼ਾ ਇਸ਼ੂਐਂਸ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਔਰ ਖਾਸ ਕਰਕੇ ਭਾਰਤੀ ਸਿੱਖਾਂ ਲਈ ਜਾਂ ਭਾਰਤੀ ਹੋਰ ਸ਼ਰਧਾਲੂਆਂ ਲਈ ਇੱਕ ਵਧੀਆ ਕੋਰੀਡੋਰ ਆਇਆ, ਜਿਸ ਕਰਕੇ ਸਿੱਖ ਹਿਰਦਿਆਂ ਵਿੱਚ ਖਾਸ ਕਰਕੇ ਖੁਸ਼ੀ ਦੀ ਲਹਿਰ ਬਣੀ ਔਰ ਲੋਕਾਂ ਜਾ ਕੇ ਮਹਾਰਾਜ ਜੀ ਦੇ ਕਰਤਾਰਪੁਰ ਦੇ ਦਰਸ਼ਨ ਕੀਤੇ। ਪਰ ਇਹ ਜਿਹੜਾ ਕੋਵਿਡ ਕ੍ਰਾਈਸਿਸ ਹੈ, ਇਸ ਕਰਕੇ ਇਹਨਾਂ ਦਿਨਾਂ ਵਿੱਚ ਉਹ ਲਾਂਘਾ ਬੰਦ ਹੈ। ਉਸ ਵਾਸਤੇ ਸੰਗਤਾਂ ਦੀ ਪੁਰਜ਼ੋਰ ਮੰਗ ਹੈ ਕਿ ਸੋਸ਼ਲ ਡਿਸਟੈਂਸਿੰਗ ਦੀ ਮਰਿਆਦਾ ਨੂੰ ਖਿਆਲ 'ਚ ਰੱਖਦਿਆਂ ਹੋਇਆਂ ਹਰ ਰੋਜ਼ ਸੰਗਤਾਂ ਜਾ ਕੇ ਦਰਸ਼ਨ ਕਰਨ, ਐਸਾ ਪ੍ਰਬੰਧ ਕੀਤਾ ਜਾਵੇ। ਪਾਕਿਸਤਾਨ ਵਿੱਚ ਲੋਕਡਾਊਨ ਨਾਮ ਮਾਤਰ ਹੈ ਤੇ ਭਾਰਤ ਵਿੱਚ ਧਰਮ ਸਥਾਨਾਂ 'ਤੇ ਕੋਈ ਲੋਕਡਾਊਨ ਫਿਲਹਾਲ ਨਹੀਂ ਹੈ। ਉੱਥੇ ਸੋਸ਼ਲ ਡਿਸਟੈਂਸਿੰਗ ਦੀ ਨਿਯਮਾਵਲੀ ਨੂੰ ਪੂਰਾ ਕਰਦਿਆਂ ਸਾਰੇ ਹੀ ਧਾਰਮਿਕ ਅਸਥਾਨਾਂ 'ਤੇ ਦਰਸ਼ਨ ਦੀਦਾਰ ਕੀਤੇ ਜਾ ਸਕਦੇ ਨੇ। ਇਸ ਲਈ ਸੰਗਤਾਂ ਦੀ ਪੁਰਜ਼ੋਰ ਮੰਗ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਹੁਣ ਖੋਲ੍ਹ ਦਿੱਤਾ ਜਾਣਾ ਚਾਹੀਦਾ ਔਰ ਸੰਗਤਾਂ ਉਸੇ ਹਿਸਾਬ ਨਾਲ ਮਾਰਕਿੰਗ ਕਰ ਲੈਣ ਵੀ ਇੰਨੇ ਫਿੱਟ 'ਤੇ ਖੜ੍ਹੇ ਹੋਣਾ, ਇੱਕ ਦੂਜੇ ਦੇ ਜ਼ਿਆਦਾ ਲਾਗੇ ਨਹੀਂ ਹੋਣਾ, ਮਾਸਕ ਪਾ ਕੇ ਰੱਖਣਾ। ਤੇ ਜਿਹੜੇ ਦਰਸ਼ਨ ਦੀਦਾਰਾਂ ਤੋਂ ਵਾਂਝੇ ਹਿਰਦੇ ਹੋ ਰਹੇ ਨੇ ਉਹਨਾਂ ਨੂੰ ਬਹੁਤ ਲਾਭ ਮਿਲੇਗਾ ਔਰ ਪਾਕਿਸਤਾਨ ਸਰਕਾਰ ਨੂੰ ਵੀ ਟੂਰਿਜ਼ਮ ਦੇ ਹਿਸਾਬ ਨਾਲ ਜੋ ਉਹਨਾਂ ਨੇ ਫੀਸ ਆਦਿਕ ਰੱਖੀਆਂ ਨੇ ਉਹਨਾਂ ਨੂੰ ਵੀ ਲਾਭ ਹੋਏਗਾ। ਹੋਰ ਜਿਹੜੇ ਸੰਬੰਧਿਤ ਕਰਮਚਾਰੀ ਨੇ ਉੱਥੇ ਉਹਨਾਂ ਨੂੰ ਵੀ ਲਾਭ ਹੋਏਗਾ ਤੇ ਹਰ ਤਰ੍ਹਾਂ ਦਾ ਦੋਹਾਂ ਦੇਸ਼ਾਂ ਨੂੰ ਲਾਭ ਹੋਏਗਾ। ਅਸੀਂ ਤਾਂ ਕਾਮਨਾ ਇਹ ਕਰਦੇ ਹਾਂ ਕਿ ਸਿਰਫ ਕੋਰੀਡੋਰ ਹੀ ਨਾ ਖੁੱਲ੍ਹੇ ਬਲਕਿ ਸਾਰਾ ਬਾਰਡਰ ਹੀ ਖੁੱਲ੍ਹ ਜਾਏ ਤੇ ਫਿਰ ਤੋਂ ਅਸੀਂ ਪੁਰਾਤਨ ਭਾਰਤ ਦੇ ਦਰਸ਼ਨ ਕਰ ਸਕੀਏ, ਸੀਮਾਵਾਂ ਖਤਮ ਹੋਣ ਤੇ ਸੁਹਿਰਦਤਾ ਦਾ ਇਜ਼ਾਫਾ ਹੋਵੇ। ਇਸ ਲਈ ਮੈਂ ਆਪਣੇ ਵੱਲੋਂ ਵੀ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਤੇ ਸੰਬੰਧਿਤ ਮਹਿਕਮਿਆਂ ਨੂੰ ਅਪੀਲ ਕਰਦਾ ਕਿ ਉਹ ਆਪਣਾ ਦਖਲ ਦੇ ਕੇ ਔਰ ਪ੍ਰਾਇਓਰਟੀ ਬੇਸਿਸ 'ਤੇ ਜਲਦੀ ਤੋਂ ਜਲਦੀ ਕਰਤਾਰਪੁਰ ਦਾ ਲਾਂਘਾ ਜਿਹੜਾ ਉਹਨੂੰ ਓਪਨ ਕੀਤਾ ਜਾਏ ਤਾਂ ਕਿ ਸਿੱਖ ਸ਼ਰਧਾਲੂਆਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਜਿਹੜੀ ਹੈ ਸਰੀਰ ਨਿਵਾਰਣ ਸਥਲੀ ਜੋਤੀ ਜੋਤ ਸਮਾਵਣ ਦਾ ਜੋ ਅਸਥਾਨ ਹੈ ਉਹਦੇ ਖੁੱਲ੍ਹੇ ਦਰਸ਼ਨ ਦੀਦਾਰੇ ਹੋ ਸਕਣ ਔਰ ਸਾਰੇ ਸੰਸਾਰ ਲਈ ਅਮਨ ਅਤੇ ਸ਼ਾਂਤੀ ਦੀ ਪ੍ਰਾਰਥਨਾ ਕਰਦਿਆਂ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਇੱਕ ਜੀ ਲੈ ਕੇ ਐਸਜੀਪੀਸੀ ਦੇ ਕਾਫੀ ਸਵਾਲ ਉੱਠ ਰਹੇ ਨੇ ਬੀਤੇ ਕਈ ਦਿਨਾਂ ਤੋਂ, ਕਈ ਜਿਹੜੀ ਜਥੇਬੰਦੀਆਂ ਵੀ ਵਿਰੋਧ ਕਰ ਰਹੇ। ਤੁਹਾਨੂੰ ਵੀ ਲੱਗਦਾ ਹੈ ਕਿ ਮਾਮਲਾ ਕੀ ਹੈ ਅਸਲ ਦੇ ਵਿੱਚ? ਕੀ ਨਹੀਂ ਹੋਇਆ? ਦੇਖੋ, ਜੋ ਜਿੰਨਾ ਕੁ ਸਾਡੀ ਸਮਝ ਵਿੱਚ ਆਇਆ ਹੈ ਜਾਂ ਜਿੰਨਾ ਕੁ ਸਾਨੂੰ ਲਿਖ ਕੇ ਮਿਲਿਆ ਹੈ, ਉਸ ਮੁਤਾਬਕ ਮੈਂ ਇਹ ਕਹਿ ਸਕਦਾ ਕਿ ਸਰੂਪ ਗਾਇਬ ਹੋਏ ਹੋਣ, ਐਸੀ ਗੱਲ ਨਹੀਂ ਹੈ। ਹਾਂ, ਪੈਸੇ ਦੇ ਹਿਸਾਬ ਕਿਤਾਬ ਵਿੱਚ, ਇੰਟਰੀਆਂ ਵਿੱਚ ਔਰ ਕਈ ਖਾਨਿਆਂ 'ਚ ਰੀਰਾਈਟ ਹੋਇਆ, ਦੁਬਾਰੇ ਕੁਝ ਕੱਟਿਆ ਗਿਆ, ਕੁਝ ਲਿਖਿਆ ਗਿਆ, ਜਿੱਥੋਂ ਸਥਿਤੀ ਸ਼ੱਕ ਦੀ ਬਣੀ। ਉਸ ਵਾਸਤੇ ਕੁਝ ਨਾਮ ਵੀ ਆਏ, ਜਿਨ੍ਹਾਂ ਨਾਵਾਂ ਨੂੰ ਲੈ ਕੇ ਤੁਰੰਤ ਪੰਜ ਤਖ਼ਤ ਸਾਹਿਬਾਨ ਦੇ ਸਿੰਘ ਸਾਹਿਬਾਨ ਵੱਲੋਂ ਸਖਤ ਐਕਸ਼ਨ ਲਿਆ ਗਿਆ। ਉਸ ਲਈ ਕੁਛ ਨੂੰ ਅਹੁਦਿਆਂ ਤੋਂ ਬਰਤਰਫ ਕੀਤਾ ਗਿਆ, ਕੁਛ 'ਤੇ ਫੌਜਦਾਰੀ ਕੇਸ ਕਰਨ ਲਈ ਵੀ ਕਿਹਾ ਗਿਆ। ਪਰ ਉਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਪੜਤਾਲੀਆ ਸੰਸਥਾ ਹੈ, ਉਹ ਪੜਤਾਲ ਕਰ ਰਹੀ ਹੈ, ਅਤੇ ਜੋ ਵੀ ਪੜਤਾਲ ਵਿੱਚ ਸਾਹਮਣੇ ਆਵੇਗਾ, ਜੋ ਦੋਸ਼ੀ ਹੋਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਏਗਾ। ਇੱਕ ਜੀ ਐਸਜੀਪੀਸੀ ਚੋਣਾਂ ਹੋ ਰਹੀਆਂ ਨੇ, ਖਾਸ ਕਰਕੇ ਅਗਲੇ ਦਿਨ ਹੋਣਗੇ, ਜਨਰਲ ਇਜਲਾਸ ਦੀ ਮੀਟਿੰਗ ਵੀ ਹੈ। ਤੁਹਾਨੂੰ ਕੀ ਲੱਗਦਾ ਹੈ ਜੀ, ਕਿਹੋ ਜਿਹਾ ਰਹੇਗਾ, ਕਿੰਨਾ ਕੁ ਅਸਰ ਪਏਗਾ ਸਿੱਖ ਜਗਤ 'ਤੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਨੁਮਾਇੰਦਾ ਸ਼੍ਰੇਣੀ ਹੈ, ਨੁਮਾਇੰਦਾ ਜਮਾਤ ਹੈ। ਉਹ ਬਹੁਤ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਆਈ ਹੈ, ਜਿਸ ਦੁਆਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਸਥਾਪਿਤ ਕੀਤੀ ਗਈ ਹੈ। ਸਿੱਖਾਂ ਦੀ ਇੱਕ ਬਹੁਤ ਸ਼ਕਤੀਸ਼ਾਲੀ ਸੰਸਥਾ ਹੈ ਔਰ ਡੈਮੋਕ੍ਰੈਟਿਕ ਵੇ ਨਾਲ ਚੱਲਦੀ ਹੈ। ਇਸ ਲਈ ਇਲੈਕਸ਼ਨ ਹੋਣੇ ਜਿਹੜੇ ਹੈਗੇ ਨੇ, ਉਹ ਬਾਕਾਇਦਾ ਹੁੰਦੇ ਹੀ ਆਏ ਨੇ ਅਤੇ ਹੁੰਦੇ ਹੀ ਰਹਿਣਗੇ। ਜੋ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨਿਰਧਾਰਿਤ ਕਰੇਗਾ ਜਾਂ ਨਿਰਧਾਰਿਤ ਕਰਦਾ ਹੈ, ਉਸ ਅਨੁਸਾਰ ਸਾਰਾ ਪ੍ਰੋਸੈਸ ਜਿਹੜਾ ਉਹ ਚੱਲਦਾ ਹੈ, ਅਤੇ ਉਹਦੇ ਵਿੱਚ ਕੋਈ ਐਸੀ ਨਵੀਂ ਗੱਲ ਨਹੀਂ ਹੈ ਕਿ ਇਲੈਕਸ਼ਨ ਹੋਣਗੇ। ਹੁੰਦੇ ਆਏ ਹਨ ਅਤੇ ਹੁੰਦੇ ਰਹੇ ਨੇ ਅਤੇ ਹੁੰਦੇ ਰਹਿਣਗੇ। ਸਰ, ਇੱਕ ਮਨਜਿੰਦਰ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਜੀਕੇ ਵਿਚਾਲੇ ਜਿਹੜਾ ਵਿਵਾਦ ਆ, ਉਹ ਵੱਧਦਾ ਜਾ ਰਿਹਾ। ਲਗਾਤਾਰ ਗੱਲ ਕਰੀਏ ਤਾਂ ਇੱਕ ਜਿਹੜਾ ਵਿਚਾਰ ਆ, ਉਹ ਸਿੱਖ ਸੰਗਤ ਦੇ ਵਿੱਚ ਜਾ ਰਿਹਾ ਹੈ ਕਿ ਜਿਹੜੀ ਗੁਰਦੁਆਰਿਆਂ ਨੂੰ ਲੈ ਕੇ ਜਿਹੜੀ ਲੜਾਈ ਹੈ, ਉਹ ਹੋ ਰਹੀ ਹੈ ਗੋਲਕਾਂ ਨੂੰ ਲੈ ਕੇ। ਦੇਖੋ, ਮਹਾਰਾਜ ਦਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰਮੁਖ ਬੈਸਾਰਨਾਮੈ ਕਿ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਇੱਕ ਦੂਜੇ 'ਤੇ ਇਲਜ਼ਾਮ ਦਰਾਜ਼ੀ ਕਰਨਾ ਜਾਂ ਧੜੇਬੰਦੀ ਕਰਨਾ, ਇਹ ਧਾਰਮਿਕ ਹਿਰਦਿਆਂ ਨੂੰ ਸ਼ੋਭਾ ਨਹੀਂ ਦਿੰਦਾ। ਇਸ 'ਤੇ ਸਾਡੇ ਲੋਕ ਫਟਾਫਟ ਮੀਡੀਆ 'ਚ ਆ ਜਾਂਦੇ ਨੇ। ਮੀਡੀਆ ਨੇ ਕਦੀ ਕਿਸੇ ਨੂੰ ਨਿਆਂ ਤਾਂ ਦਿੱਤਾ ਨਹੀਂ। ਨਾ ਮੀਡੀਆ ਕੋਈ ਅਦਾਲਤ ਹੈ, ਨਾ ਮੀਡੀਆ ਕੋਈ ਮੈਜਿਸਟ੍ਰੇਟ ਹੈ, ਨਾ ਮੀਡੀਆ ਨੇ ਕੋਈ ਹੋਰ ਇਸ ਤਰ੍ਹਾਂ ਦਾ ਜਿਹੜਾ ਹੈ ਕੋਈ ਡਿਊਟੀਆਂ ਲਾਉਣੀਆਂ ਨੇ, ਕੋਈ ਤਬਦੀਲੀਆਂ ਕਰਨੀਆਂ ਨੇ। ਮੀਡੀਆ ਵਿੱਚ ਆ ਕੇ ਤੇ ਆਪਣਾ ਹੀ ਅਪਮਾਨ ਹੁੰਦਾ ਹੈ। ਇਸ ਲਈ ਮੈਂ ਸਿੱਖ ਸੰਸਥਾਵਾਂ ਦੇ ਨੁਮਾਇੰਦਾ ਨੇ ਜਿਹੜੇ ਲੋਕ, ਉਹਨਾਂ ਨੂੰ ਵੀ ਇਹ ਅਪੀਲ ਕਰਾਂਗਾ ਕਿ ਮਾੜੀ ਮਾੜੀ ਗੱਲ 'ਤੇ ਵੈਰ ਵਿਰੋਧ, ਮਾੜੀ ਮਾੜੀ ਗੱਲ 'ਤੇ ਇਲਜ਼ਾਮ ਦਰਾਜ਼ੀ, ਇਹ ਕੌਮ ਦੇ ਉਚੇਰੇ ਵਡੇਰੇ ਹਿੱਤਾਂ ਨੂੰ ਦੇਖਦਿਆਂ ਹੋਇਆਂ ਬੰਦ ਕਰਨੀ ਚਾਹੀਦੀ। ਔਰ ਜੋ ਅਸਲੀਅਤ ਹੈ, ਉਹ ਤੁਸੀਂ ਗੁਰਦੁਆਰਾ ਸਾਹਿਬ ਬੈਠ ਕੇ, ਸਾਡੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨੇ, ਸੰਗਤਾਂ ਨੇ, ਉਹ ਤੁਸੀਂ ਗੁਰਦੁਆਰਾ ਸਾਹਿਬ 'ਚ ਹੱਲ ਕਰ ਸਕਦੇ ਹੋ। ਅਗਰ ਨਹੀਂ ਹੁੰਦਾ ਤੇ ਤੁਹਾਡੇ ਕੋਲ ਸਰਵਉੱਚ ਜਿਹੜੀ ਸੱਤਾ ਦੇ ਪ੍ਰਤੀਕ ਪੰਜ ਤਖ਼ਤ ਸਾਹਿਬਾਨ ਨੇ, ਸੰਬੰਧਿਤ ਇਲਾਕਿਆਂ ਵਿੱਚ ਜਿਹੜੇ ਤਖ਼ਤ ਸਾਹਿਬਾਨ ਨੇ, ਉਹਨਾਂ ਦਾ ਸਨਮਾਨ ਕਰਦਿਆਂ ਹੋਇਆਂ ਤੁਸੀਂ ਆਪਣੇ ਫੈਸਲੇ ਤਖ਼ਤ ਸਾਹਿਬ 'ਤੇ ਕਰ ਸਕਦੇ ਹੋ, ਜੋ ਸਰਵ ਸਨਮਾਨਿਤ ਹੋਣ ਅਤੇ ਸਰਵ ਪ੍ਰਮਾਣਿਤ ਹੋਣ। ਇਸ ਲਈ ਗੱਲ 'ਤੇ ਤੂੰ ਮੈਂ ਵਾਲੀ ਸਥਿਤੀ ਬਣ ਜਾਣਾ, ਇਹ ਕੌਮ ਲਈ ਸ਼ੋਭਾਦਾਇਕ ਸਥਿਤੀ ਨਹੀਂ ਹੈ। ਇੱਕ ਸਰ, ਸਰੂਪਾਂ ਨੂੰ ਲੈ ਕੇ ਜਿਹੜਾ ਹੈਗਾ ਜੀ, ਉਸ ਦੇ ਉੱਤੇ ਵੀ ਜਿਹੜੀ ਸਿੱਖ ਸੰਗਤ ਦੇ ਵਿੱਚ ਰੋਸ਼ ਹੈਗਾ ਕਿ ਨਹੀਂ, ਸਿੱਖ ਸੰਗਤ ਵਿੱਚ ਰੋਸ਼ ਨਹੀਂ ਹੈ। ਕੁਛ ਧੜੇ ਨੇ, ਕੁਛ ਗਰੁੱਪ ਨੇ ਜਿਹੜੇ ਇਸ ਨੂੰ ਰੋਸ਼ ਕਹਿੰਦੇ ਨੇ, ਕਰਦੇ ਨੇ।
ਔਰ ਉਹ ਕਰਨਾ ਨਹੀਂ ਚਾਹੀਦਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੀ ਪੜਤਾਲ ਸ਼ੁਰੂ ਕੀਤੀ ਹੋਈ ਹੈ, ਉਹਦੀ ਪੜਤਾਲ ਚੱਲ ਰਹੀ ਹੈ। ਬਾਕੀ ਮੇਰੀ ਜੋ ਨੌਲੇਜ ਵਿੱਚ ਹੈ ਉਸ ਮੁਤਾਬਕ ਸਰੂਪ ਕੋਈ ਗਾਇਬ ਨਹੀਂ ਹੈ। ਉਹ ਹਿਸਾਬ ਕਿਤਾਬ ਵਿੱਚ ਫਰਕ ਹੈ, ਉਹ ਲਿਸਟਾਂ ਵਿੱਚ ਫਰਕ ਹੈ। ਉਸ 'ਤੇ ਵੀ ਜਗ੍ਹਾ ਜਗ੍ਹਾ ਸ਼੍ਰੋਮਣੀ ਕਮੇਟੀ ਦੀਆਂ ਪੜਤਾਲੀ ਟੀਮਾਂ ਪਹੁੰਚੀਆਂ ਹੋਈਆਂ ਨੇ। ਉਹ ਕਿਤੇ ਕਿਤੇ ਸਰੂਪ ਨੇ, ਉਹਦੇ ਨੰਬਰ ਸੀਰੀਅਲ ਨੰਬਰ ਨੇ। ਸਰੂਪ ਤਾਂ ਹਿੱਲ ਹੀ ਨਹੀਂ ਸਕਦਾ, ਕਿਉਂਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਓਵਰਸਾਈਜ਼ ਦੇ ਜਿਹੜੇ ਅੰਗ ਹੁੰਦੇ ਨੇ, ਉਹਨਾਂ ਨੂੰ ਵੀ ਕਟਿੰਗ ਦੇ ਵੇਲੇ ਉਹ ਵੀ ਸਾਰੇ ਕਾਊਂਟਿੰਗ ਹੁੰਦੀ ਹੈ। ਸਿੰਘ ਸਾਹਿਬ, ਫਿਰ ਵਜ੍ਹਾ ਕੀ ਮੰਨਦੇ ਹੋ ਕਿ ਇੱਕ ਐਡੀ ਪੋਸਟ ਤੇ ਬੈਠ ਕੇ ਫਿਰ ਬਿਆਨਬਾਜ਼ੀ ਦੇਣੀ? ਉੱਥੇ ਦੇ ਹੀ ਜਿਹੜੇ ਹੈਗੇ ਨੇ ਉਹਨਾਂ ਦੇ ਵੱਲੋਂ ਜਿਹੜੀ ਬਿਆਨ ਦਿੱਤਾ ਗਿਆ ਸੀਗਾ ਕਿ ਜਿਹੜੇ ਸਰੂਪਾਂ ਦੇ ਵਿੱਚ ਚੋਰੀ ਹੋਏ ਨੇ ਅੰਗ। ਨਹੀਂ, ਹਿਸਾਬ ਕਿਤਾਬ ਵਿੱਚ ਫਰਕ ਹੈ। ਜੀ, ਉਸ ਬਾਰੇ ਵੱਡੀ ਕਾਰਵਾਈ ਕੀਤੀ ਗਈ ਹੈ। ਜਿਹੜੇ ਜਿਹੜੇ ਨਾਮ ਸਾਹਮਣੇ ਆਏ ਨੇ ਉਹਨਾਂ ਨੂੰ ਬਹੁਤ ਸਾਰਿਆਂ ਨੂੰ ਤਨਖਾਹ ਵੀ ਲਾਈ ਗਈ ਹੈ। ਜੀ, ਇਹ ਪਹਿਲੀ ਵਾਰੀ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਜਿਹੜਾ ਹੈ ਉਹ ਸਾਰਾ ਗੜੀ ਤੋਂ ਲੈ ਕੇ ਤੇ ਘੰਟਾ ਘਰ ਤੱਕ ਝਾੜੂ ਦੀ ਸੇਵਾ ਕਰੇ। ਪਰਿਕਰਮਾ ਦਰਬਾਰ ਸਾਹਿਬ ਦੀਆਂ ਸਾਰੀਆਂ ਉਹਨਾਂ ਨੂੰ ਤਨਖਾਹ ਦੇ ਰੂਪ 'ਚ ਹੋਈਆਂ ਨੇ, ਔਰ ਉਹਨਾਂ ਨੇ ਖੜੇ ਮੱਥੇ ਪ੍ਰਵਾਨ ਕੀਤੀਆਂ ਨੇ। ਭਾਵੇਂ ਇਹ ਹੁਣ ਦੇ ਮੌਜੂਦਾ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ ਜਾਂ ਜਿਹੜੀ ਮੌਜੂਦਾ ਕਮੇਟੀ ਹੈ ਉਹਨਾਂ ਦੇ ਸਮੇਂ ਦਾ ਇਹ ਨਹੀਂ ਹੈਗਾ, ਇਹ 2016 ਦਾ ਹੈਗਾ। ਉਸ ਵੇਲੇ ਸਤਿਕਾਰਯੋਗ ਸਰਦਾਰ ਅਵਤਾਰ ਸਿੰਘ ਜੀ ਮੁੱਖ ਸੇਵਾਦਾਰ ਸਨ। ਰੱਬ ਦੀ ਨੇਤ ਕਿ ਹੁਣ ਉਹ ਸਰੀਰ ਕਰਕੇ ਨਹੀਂ ਰਹੇ, ਅਤੇ ਹੁਣ ਇਹਨਾਂ ਸਵਾਲਾਂ ਦਾ ਜਵਾਬ ਅਸੀਂ ਉਹਨਾਂ ਕੋਲੋਂ ਨਹੀਂ ਲੈ ਸਕਦੇ। ਹੋਰ ਵੀ ਜਿਹੜੇ ਮੌਜੂਦਾ ਅਧਿਕਾਰੀ ਸਨ ਉਹ ਕਈ ਹੁਣ ਨਹੀਂ ਰਹੇ, ਅਸੀਂ ਉਹਨਾਂ ਕੋਲੋਂ ਜਵਾਬ ਨਹੀਂ ਲੈ ਸਕਦੇ। ਇਹਦੇ 'ਚ ਤੁਸੀਂ ਥੋੜ੍ਹਾ ਟਾਈਮ ਦਿਓ, ਉਸ ਨਾਲ ਜੋ ਚੀਜ਼ ਹੋਏਗੀ, ਜੋ ਰਿਐਲਿਟੀ ਹੋਏਗੀ, ਉਹ ਤੁਹਾਡੇ ਸਾਹਮਣੇ ਆ ਜਾਏਗੀ। ਅਗਰ ਕੋਈ ਦੋਸ਼ੀ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਰਿਪੋਰਟ ਦੇ ਨਾਲ ਦਾ TV NRI।